ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੰਸਦ ਬਨਾਮ ਕਿਸਾਨਾਂ ਦੀ ਸੰਸਦ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਲਗਭਗ 8 ਮਹੀਨੇ ਪੂਰੇ ਹੋਣ ਵਾਲੇ ਨੇ ਤੇ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਦੀ ਆਵਾਜ਼ ਨੂੰ ਸੰਸਦ ਤੱਕ ਪਹੁੰਚਾਉਣ ਲਈ ਇੱਕ ਵਿਊਤਬੰਦੀ ਤਿਆਰ ਕੀਤੀ ਹੈ, ਜਿੱਥੇ ਉਹਨਾਂ ਨੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਰਕੇ ਕਿਸਾਨਾਂ ਦੀ ਆਵਾਜ਼ ਸੰਸਦ 'ਚ ਚੁੱਕਣ ਦਾ ਸੱਦਾ ਦਿੱਤਾ। ਉੱਥੇ ਸੰਸਦ ਦੇ ਬਾਹਰ ਜਿਹੜਾ ਹੈਗਾ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਅਸੀਂ ਜਾਣਨਾ ਚਾਹਾਂਗੇ ਅੱਜ ਕਿਸਾਨਾਂ ਵੱਲੋਂ ਪਹਿਲੇ ਦਿਨ ਸੰਸਦ ਦੇ ਬਾਹਰ ਜਿਹੜਾ ਹੈਗਾ ਮੁਜ਼ਾਹਰੇ ਕੀਤੇ ਗਏ, ਸੰਸਦ ਦੇ ਸਮਾਨਾਂਤਰ ਜਿਹੜੀ ਹੈਗੀ ਕਿਸਾਨਾਂ ਦੀ ਸੰਸਦ ਚਲਾਈ ਗਈ ਹੈ, ਇਸ ਨੂੰ ਕਿਵੇਂ ਤੁਸੀਂ ਦੇਖਦੇ ਹੋ ਤੇ ਅੱਜ ਪਹਿਲੇ ਦਿਨ ਕਿਸਾਨਾਂ ਨੂੰ ਕਿਸ ਤਰ੍ਹਾਂ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਾਂਦੇ ਹੋਏ? ਕਾਫੀ ਦਿਨਾਂ ਤੋਂ ਇਹ ਪ੍ਰੋਗਰਾਮ ਉਲੀਕਿਆ ਹੋਇਆ ਕਿਸਾਨਾਂ ਦਾ। ਵੈਸੇ ਤਾਂ ਪੈਂਡਿੰਗ ਸੀ ਬੜੇ ਲੰਮੇ ਸਮੇਂ ਤੋਂ ਹੀ ਕਿ ਪਾਰਲੀਮੈਂਟ ਵੱਲ ਕੋਈ ਜਾਣਾ ਚਾਹੀਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤਾਂ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਫੈਸਲਾ ਲਿਆ ਸੀ ਕਿ ਅਸੀਂ ਸਿੰਬੋਲਿਕ ਤਰੀਕੇ ਦਾ ਜਿਹੜਾ ਇਦੋਂ ਪਹਿਲਾਂ ਤਾਂ ਇਹ ਹੈ ਕਿ ਪਾਰਲੀਮੈਂਟ ਦੇ ਮੈਂਬਰਾਂ ਦੇ ਨਾਂ ਇੱਕ ਵੋਟਰਜ਼ ਵਿਪ ਜਾਰੀ ਕਰਾਂਗੇ ਔਰ ਵੋਟਰਜ਼ ਵਿਪ ਜਾਰੀ ਕੀਤੀ ਕਿ ਅੰਦਰ ਤੁਸੀਂ ਸਾਡੀ ਆਵਾਜ਼ ਉਠਾਓਗੇ ਅਤੇ ਬਾਹਰ ਫਿਰ ਪੈਰਲਲ ਉਹਦੇ ਸਮਾਨਾਂਤਰ ਇੱਕ ਇਹ ਸੀ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ, ਨੁਮਾਇੰਦਾ ਇਕੱਠ ਇੱਕ ਉਹ ਜਾ ਕੇ ਵੀ ਬੈਠੇਗਾ, ਇੱਕ ਪੈਰਲਲ ਮਤਲਬ ਸੰਸਦ ਚਲਾਏਗਾ। ਸਿੰਬੋਲਿਕ ਹੀ ਸਹੀ ਔਰ ਸਿੰਬੋਲਿਕ ਜਮਹੂਰੀਅਤ ਦੇ ਵਿੱਚ ਜਿਹੜਾ ਪ੍ਰਤੀਕਾਂ ਦਾ ਜਿਹੜਾ ਬੜਾ ਵੱਡਾ ਅਸਰ ਹੁੰਦਾ ਹੈ ਉਸ ਪੱਧਰ ਦੇ ਉੱਤੇ। ਔਰ ਇਹ ਪਹਿਲੀ ਵਾਰ ਸ਼ਾਇਦ ਇਹ ਇਸ ਰੂਪ ਦੇ ਵਿੱਚ ਹੋ ਰਿਹਾ ਵੀ ਜਿੰਨੇ ਦਿਨ ਉਹ ਚੱਲੂਗੀ ਸੰਸਦ ਉਹਨਾਂ ਦਿਨ ਬਾਹਰ ਇੱਕ ਪ੍ਰੈਸ਼ਰ ਦੇ ਤੌਰ 'ਤੇ ਜਿਹੜੇ ਕਿਸਾਨ ਵੀ ਬੈਠੇ ਹੋਣਗੇ ਅਤੇ ਉਹਨਾਂ ਗੱਲਾਂ 'ਤੇ ਡਿਮਾਂਡ ਵੀ ਕਰਨਗੇ। ਔਰ ਇਹਦੇ ਬਾਰੇ ਪਹਿਲਾਂ ਦਿੱਲੀ ਪੁਲਿਸ ਨੇ ਮਤਲਬ ਨਹੀਂ ਦਿੱਤਾ ਇਜਾਜ਼ਤ ਕਿ ਨਾ ਆਓ ਜਾਂ ਇੱਧਰ ਰਹਿਣ ਦਿਓ, ਇਹਦੇ ਨਾਲ ਕੋਈ ਹੋਰ ਪਤਾ ਨਹੀਂ ਕੀ ਹੋ ਜਾਏਗਾ। ਅਤੇ ਇਸ ਤੋਂ ਬਾਅਦ ਚਲਦੇ ਚਲੋ ਕੱਲ੍ਹ ਦਾ ਮਾਹੌਲ ਆਇਆ ਕਿ ਜੀ ਹਾਂ ਇਜਾਜ਼ਤ ਮਿਲ ਗਈ ਹੈ। ਇਜਾਜ਼ਤ ਇਹ ਮਿਲ ਗਈ ਹੈ ਕਿ ਪਹਿਲਾਂ ਤੁਸੀਂ ਕਿਸਾਨਾਂ ਨੇ ਆਪ ਵੀ ਪਹਿਲਾਂ ਇਹ ਕਿਹਾ ਹੋਇਆ ਸੀ ਕਿ ਆਧਾਰ ਕਾਰਡ ਵੀ ਜਾਂ ਪਛਾਣ ਪੱਤਰ ਜਾਂ ਜਿਹੜਾ ਸੰਯੁਕਤ ਮੋਰਚੇ ਵੱਲੋਂ ਦਿੱਤਾ ਗਿਆ ਪਛਾਣ ਪੱਤਰ ਹੈ ਉਹ ਸਭ ਦੇ ਮਤਲਬ ਗਲਾਂ 'ਚ ਵੀ ਪਾਇਆ ਹੋਏਗਾ, ਸਭ ਕੋਲ ਹੋਣਗੇ। ਉਹ ਪਛਾਣ ਕਰਨ ਤੋਂ ਬਾਅਦ ਹੀ ਬੱਸਾਂ 'ਚ ਬੈਠਣਗੇ ਅਤੇ ਉੱਥੇ ਜਾਣਗੇ ਜੀ। ਅਤੇ ਇਹ ਸਹਿਮਤੀ ਹੋ ਗਈ ਦਿੱਲੀ ਪੁਲਿਸ ਦੀ ਵੀ, ਠੀਕ ਹੈ ਜੀ ਤੁਸੀਂ ਉੱਥੇ ਜਾਓ ਅਤੇ ਆਪਣਾ ਕਰ ਸਕਦੇ ਹੋ ਪੀਸਫੁਲੀ। ਅਤੇ ਫਿਰ ਵੀ ਜਦੋਂ ਉਹ ਆਪਣੇ ਟਾਈਮ ਦੇ ਮੁਤਾਬਕ ਕਿਸਾਨ ਅੱਜ ਨਿਕਲੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਬੱਸਾਂ 'ਚ ਬਿਠਾ ਕੇ, ਫਿਰ ਵੀ ਰਸਤੇ ਦੇ ਵਿੱਚ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਕਿਉਂਕਿ ਫਿਰ ਰਸਤੇ 'ਚ ਅਸਲ 'ਚ ਦਿੱਲੀ 'ਚ ਵੜਨ ਤੋਂ ਪਹਿਲਾਂ ਹੀ ਕਿਹਾ ਇਹ ਜਾ ਰਿਹਾ ਕਿ ਉਹਨਾਂ ਨੂੰ ਇੱਕ ਪੈਲਸ ਦੇ ਵਿੱਚ ਪਾਣੀ ਪਿਲਾਉਣ ਲੈ ਗਏ ਜਾਂ ਦੁਬਾਰਾ ਫ੍ਰਿਸਕਿੰਗ ਕਰਨ ਲੱਗ ਗਏ, ਉਹਨਾਂ ਦੀ ਤਲਾਸ਼ੀ ਲੈਣ ਲੱਗ ਗਏ ਅਤੇ ਨਾਲ ਕਹਿਣ ਲੱਗ ਗਏ ਕਿ ਜਿਹੜਾ ਤੁਹਾਡੇ ਕੋਲ ਇੱਕ ਆਈ ਕਾਰਡ ਹੈ ਸਾਨੂੰ ਵੀ ਦਿਓ, ਸਾਡੇ ਕੋਲ ਵੀ ਹੈ। ਇਹ ਜਿਹੜੀਆਂ ਫਾਰਮੈਲਿਟੀਆਂ ਸੀਗੀਆਂ ਜੇ ਤੁਹਾਨੂੰ ਲੱਗਦਾ ਸੀ, ਵੈਸੇ ਤਾਂ ਇਹ ਗੱਲ ਹੀ ਨਹੀਂ ਕਿ ਐਡੀ ਵੱਡੀ ਕਿਸਾਨ ਲੀਡਰਸ਼ਿਪ ਹੈ ਔਰ ਉਹ ਕਿਸਾਨ ਲੀਡਰਸ਼ਿਪ ਨਾਲ ਗੌਰਮੈਂਟ ਆਫ ਇੰਡੀਆ ਨੇ ਪਹਿਲਾਂ 11 ਵਾਰ ਗੱਲ ਕੀਤੀ ਹੈ ਅਤੇ ਹੁਣ ਉਹ ਜ਼ਿੰਮੇਵਾਰੀ ਲੈ ਰਹੀ ਹੈ ਅਤੇ ਉਹਦੇ 'ਤੇ ਤੁਹਾਨੂੰ ਯਕੀਨ ਕਰਨਾ ਚਾਹੀਦਾ। ਜੇ ਜ਼ਿੰਮੇਵਾਰੀ ਹੈ, ਜੇ ਕੋਈ ਗਲਤ ਹੋਊਗੀ ਤਾਂ ਉਹ ਜ਼ਿੰਮੇਵਾਰੀ ਲੈ ਰਹੇ ਨੇ ਜੀ, ਤਾਂ ਉਹਨਾਂ ਖਿਲਾਫ ਕਾਨੂੰਨ ਮੁਤਾਬਕ ਤੁਸੀਂ ਕਾਰਵਾਈ ਕਰ ਸਕਦੇ ਹੋ। ਇਹਦਾ ਮਤਲਬ ਤੁਸੀਂ ਕਿਸਾਨਾਂ ਦੇ ਲੱਖਾਂ ਕਰੋੜਾਂ ਦੇਸ਼ ਦੇ ਕਿਸਾਨਾਂ ਦੇ ਆਗੂਆਂ 'ਤੇ ਭਰੋਸਾ ਨਹੀਂ ਕਰ ਪਾ ਰਹੇ ਹੋ ਉਸ ਪੱਧਰ ਦੇ ਉੱਤੇ। ਜਦ ਉਹ ਜ਼ਿੰਮੇਵਾਰੀ ਲੈਂਦੇ ਨੇ ਕਿ ਆਹੀ ਬੰਦੇ ਜਾਣ ਕੇ ਸਾਡੇ ਤੋਂ ਬਿਨਾਂ ਕੋਈ ਜਾਊਗਾ ਨਹੀਂ, ਜਿਹੜਾ ਸਾਡੇ ਤੋਂ ਬਿਨਾਂ ਜਾਊਗਾ ਤੁਸੀਂ ਰੋਕ ਲਓ, ਸਾਡਾ ਕੋਈ ਇਤਰਾਜ਼ ਨਹੀਂ ਹੈ ਜੀ, ਹੈ ਨਾ। ਅਤੇ ਫਿਰ ਉਹਨਾਂ ਵੱਲੋਂ ਚੜ੍ਹੇ ਹੋਏ ਬੱਸਾਂ ਦੇ ਵਿੱਚ ਉਹਨਾਂ ਦੇ ਸਾਰੀ ਆਈਡੈਂਟੀਫਿਕੇਸ਼ਨ ਦੇ ਬਾਵਜੂਦ ਰਸਤੇ 'ਚ ਰੋਕਣਾ, ਘੰਟਾ ਡੇਢ ਘੰਟਾ ਉਹਨਾਂ ਦਾ ਖਰਾਬ ਕਰਨਾ। ਅਤੇ ਜਦੋਂ ਉਹਨਾਂ ਨੇ ਉੱਥੇ ਰੋਸ ਪ੍ਰਗਟ ਕੀਤਾ ਫਿਰ ਵੀ ਅਸੀਂ ਵੀ ਇੱਕ ਪਾਰਲੀਮੈਂਟ ਆਪਦੀ ਇੱਕ ਲਾਉਂਦੇ, ਤੁਸੀਂ ਸਾਨੂੰ ਜਲੀਲ ਕਰ ਰਹੇ ਹੋ ਰਸਤੇ 'ਚ, ਇਹਦਾ ਕੀ ਮਤਲਬ ਹੈ। ਫਿਰ ਉਹਨਾਂ ਨੂੰ ਜਾਣ ਦਿੱਤਾ ਉੱਥੇ ਜਾ ਕੇ। ਫਿਰ ਉਦੋਂ ਬਾਅਦ ਵੀ ਇੱਕ ਗੱਲ ਕਰ ਦਿੱਤੀ ਗਈ ਕਿ ਜਿਹੜਾ ਮੀਡੀਆ ਉਹਨਾਂ ਨਾਲ ਬੱਸ 'ਚ ਜਾ ਰਿਹਾ ਸੀ ਜਾਂ ਜਿਹੜਾ ਪੰਜਾਬ ਵਾਲੇ, ਇੱਕ ਤਾਂ ਮੀਡੀਆ ਹੁੰਦਾ, ਦੂਜਾ ਨੈਸ਼ਨਲ, ਉੱਥੇ ਆਪਦੀਆਂ ਗੱਡੀਆਂ ਜੇ ਕੁਝ ਇਹੋ ਜਿਹਾ ਮੀਡੀਆ ਵੀ ਹੈ ਜਿਹਦੇ ਕੋਲ ਉਸ ਲੈਵਲ 'ਤੇ ਗੱਡੀਆਂ ਨੂੰ ਚਲੋ ਨਾਲ ਚੱਲਦੇ ਆ। ਜਿਵੇਂ ਪਹਿਲਾਂ ਉਹ ਮੀਡੀਆ ਜਾਂਦਾ ਰਿਹਾ ਜਦੋਂ ਗੱਲਬਾਤ ਕਰਨ ਲਈ ਜਾਂਦੇ ਸੀ ਗੌਰਮੈਂਟ ਦੇ ਨਾਲ ਜੀ, ਉਦੋਂ ਮੀਡੀਆ ਕਿਸਾਨਾਂ ਦੀ ਬੱਸ 'ਚ ਹੀ ਬੈਠ ਕੇ ਨਾਲ ਵਗ ਜਾਂਦਾ ਸੀ ਅਤੇ ਉੱਥੋਂ ਤੱਕ ਲਾਈਵ ਕਵਰੇਜ ਹੋ ਜਾਏ। ਇਸ ਵਾਰ ਉਹਨਾਂ ਨੂੰ ਉਤਾਰ ਦਿੱਤਾ ਗਿਆ ਕਿ ਤੁਸੀਂ ਨਾਲ ਨਹੀਂ ਜਾ ਸਕਦੇ, ਤੁਸੀਂ ਹੋਰ ਤਰੀਕੇ ਨਾਲ ਜਾਓਗੇ। ਚਲੋ ਉਵੇਂ ਵੀ ਉਤਾਰ ਦਿੱਤਾ ਗਿਆ। ਉਹਨਾਂ ਦੀਆਂ ਗੱਡੀਆਂ ਵੀ ਰਸਤੇ 'ਚ ਹੀ ਰੋਕ ਦਿੱਤੀਆਂ ਗਈਆਂ ਜੰਤਰ ਮੰਤਰ ਤੋਂ ਪਹਿਲਾਂ ਹੀ। ਜਿੱਥੇ ਕਿਸਾਨਾਂ ਨੇ ਜਾਣਾ ਸੀ, ਜਿਹੜੀ ਜਗ੍ਹਾ ਉਹਨਾਂ ਲਈ ਅਲਾਟ ਸੀ ਕਿ ਸੰਸਦ ਦੇ ਤੌਰ 'ਤੇ ਤੁਸੀਂ ਜਾਵੋਗੇ, ਉਦੋਂ 300-400 ਮੀਟਰ ਦੂਰ ਹੀ ਮੀਡੀਆ ਨੂੰ ਵੱਡੇ ਪੱਧਰ 'ਤੇ ਰੋਕਿਆ ਗਿਆ। ਔਰ ਤਾਂ ਕਿ ਕਿਸਾਨਾਂ ਨੂੰ ਵੀ ਇਹ ਹੋਇਆ ਅਤੇ ਬਾਕੀ ਲੋਕਾਂ ਨੂੰ ਵੀ ਕਿ ਜੇ ਮੀਡੀਆ ਨਹੀਂ ਜਾਣ ਦੇਣਾ, ਉਹਨਾਂ ਦੀ ਗੱਲ ਹੀ ਅੱਗੇ ਨਹੀਂ ਜਾਣ ਦੇਣੀ, ਤਾਂ ਤੁਸੀਂ ਉੱਥੇ ਲਿਜਾ ਕੇ ਉਹਨਾਂ ਨੇ ਬੈਠ ਕੇ ਕੀ ਕਰਨਾ ਜੀ, ਇਕੱਲਾ ਇਸ ਲੈਵਲ 'ਤੇ। ਔਰ ਇਸੇ ਲਈ ਫਿਰ ਉਹ ਕਿਸਾਨ ਸੰਸਦ ਦੇ ਵਿੱਚ ਪਹਿਲੀ ਗੱਲ ਹੀ ਇਹ ਹੋਈ ਕਿ ਪਹਿਲਾਂ ਉਹਨਾਂ ਨੇ ਪਾਰਲੀਮੈਂਟ ਤੋਂ ਵੀ ਮੰਗ ਕੀਤੀ ਜਾਂਦੀ ਰਹੀ ਹੈ ਬੜੇ ਦਿਨਾਂ ਪਹਿਲਾਂ ਵੀ ਕਿ ਜਦੋਂ ਤੁਸੀਂ ਜਿਹੜੇ ਕਿਸਾਨ ਨੇ 550 ਤੋਂ ਉੱਪਰ
ਜਿਹੜੇ ਇਸ ਅੰਦੋਲਨ ਦੇ ਦੌਰਾਨ ਜਾਨਾਂ ਦੇ ਗਏ ਨੇ ਉਹਨਾਂ ਨੂੰ ਘੱਟੋ ਘੱਟ ਸ਼ਰਧਾਂਜਲੀ ਦਿਓ। ਪਾਰਲੀਮੈਂਟ ਨਹੀਂ ਮੰਨੀ ਉਸ ਲੈਵਲ ਤੇ, ਸਰਕਾਰੀ ਧਿਰ ਨਹੀਂ ਮੰਨੀ ਪਰ ਸ਼ਰਧਾਂਜਲੀ ਵਾਸਤੇ। ਤੇ ਕਿਸਾਨ ਪਾਰਲੀਮੈਂਟ ਨੇ ਪਹਿਲਾਂ ਆਪਣੇ ਉਹ ਸਾਰੇ ਕਿਸਾਨਾਂ ਨੂੰ ਜਾਂ ਉਹਨਾਂ ਮਜ਼ਦੂਰਾਂ ਨੂੰ ਜਾਂ ਜੋ ਵੀ ਲੋਕ ਇਸ ਅੰਦੋਲਨ ਦੇ ਵਿੱਚ ਆਏ ਤੇ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ 2 ਮਿੰਟ ਦੀ ਜੀ। ਤੇ ਉਦੋਂ ਬਾਅਦ ਉਹਨਾਂ ਨੇ ਉਸੇ ਤਰ੍ਹਾਂ ਸਪੀਕਰ ਡਿਪਟੀ ਸਪੀਕਰ ਬਣਾ ਕੇ 6 ਬੰਦਿਆਂ ਦੀ ਪ੍ਰੈਜ਼ੀਡੀਅਮ ਬਣਾ ਕੇ ਤੇ ਕਾਨੂੰਨਾਂ ਤੇ ਚਰਚਾ ਕਰਨ ਦੀ ਮਤਲਬ ਕੋਸ਼ਿਸ਼ ਕੀਤੀ। ਪਹਿਲਾਂ ਮੰਡੀਕਰਨ ਕਾਨੂੰਨ ਜਿਹੜਾ ਸਭ ਤੋਂ ਪਹਿਲਾ ਕਾਨੂੰਨ ਸੀ ਇਹਦੇ ਤੇ ਹੀ ਬੰਦੇ ਬੋਲੇ ਔਰ ਉਹ ਵੱਖ-ਵੱਖ ਕਿਸਮ ਦੇ ਪੜਾਅ ਦੇ ਤਹਿਤ ਅਲੱਗ-ਅਲੱਗ ਉਹਨਾਂ ਨੇ ਇੱਕ ਸਿਸਟਮ ਵੀ ਬਣਾਇਆ ਆਪਣੇ ਤਰੀਕੇ ਦਾ। ਔਰ ਫਿਰ ਦੂਜਾ ਮਤਾ ਉਹਨਾਂ ਨੇ ਇਹ ਪਾਤਾ ਜਿਹੜਾ ਉਹਨਾਂ ਨੂੰ ਮਤਲਬ ਸ਼ਰਧਾਂਜਲੀ ਦੇਣ ਤੋਂ ਬਾਅਦ ਕਿ ਅਸੀਂ ਕਿਹਾ ਜਾਂਦਾ ਸੀ ਆਜ਼ਾਦ ਮੁਲਕ ਦੇ ਵਿੱਚ ਆ ਮੀਡੀਆ ਵੀ ਨੂੰ ਕੰਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਤਾਂ ਮੀਡੀਆ ਨੂੰ ਸਾਡੇ ਤੱਕ ਆਉਣ ਕਿਉਂ ਨਹੀਂ ਦਿੱਤਾ ਜਾ ਰਿਹਾ ਜੀ। ਦੂਜਾ ਹੀ ਮਤਾ ਜਿਹੜਾ ਉਹ ਸ਼ਰਧਾਂਜਲੀ ਤੋਂ ਬਾਅਦ ਜਿਹੜਾ ਮਤਾ ਸੀ ਕਿਸਾਨ ਪਾਰਲੀਮੈਂਟ ਦਾ ਇਹ ਸੀ, ਉਸ ਮਤੇ ਤੋਂ ਬਾਅਦ ਫਿਰ ਮੀਡੀਆ ਨੂੰ ਉੱਥੇ ਜਾਣ ਦਿੱਤਾ ਗਿਆ। ਤੇ ਹੋਰ ਵੀ ਜੇ ਜੰਤਰ ਜਿਹੜਾ ਲੋਕਾਂ ਨੇ ਵੀਡੀਓ 'ਚ ਦੇਖੀਆਂ ਨੇ ਜੰਤਰ ਮੰਤਰ ਦੀਆਂ ਸਾਰੀਆਂ, ਉਹ ਐਂ ਲੱਗਿਆ ਪਿਆ ਕਿ ਜਿਵੇਂ ਕੋਈ ਬੰਦੇ ਤੋਪਾਂ ਲੈ ਕੇ ਆਏ ਨੇ ਚਾਰ ਸਫੇਰੇ, ਇੰਨਾ ਚਾਕ ਚਬੰਦ ਤੇ ਇੰਨੇ ਜ਼ਿਆਦਾ ਬੈਰੀਕੇਡ ਵੱਡੇ ਵੱਡੇ ਲਾਏ ਨੇ ਤੇ ਜਿਵੇਂ ਉਹਨਾਂ ਨੇ ਹਮਲਾ ਕਰਨਾ ਹੁੰਦਾ ਪਾਰਲੀਮੈਂਟ 'ਤੇ। ਉਹ ਬੰਦੇ ਆਏ ਹੋਏ ਨੇ ਬੈਠੇ ਨੇ ਚਾਰ ਸਫੇਰੇ, ਉੱਥੋਂ ਦੀ ਦੇਖ ਨਹੀਂ ਸਕਦੇ ਤੁਸੀਂ ਉੱਪਰ ਚੜ੍ਹੇ ਬਿਨਾਂ ਅੱਗੇ ਜਾ ਕੇ ਅੱਗੇ ਕੋਈ ਬੰਦਾ ਬੈਠਾ ਕੀ ਹੈ। ਐਡੀਆਂ ਐਡੀਆਂ ਦੀਵਾਰਾਂ ਐਡੇ ਵੱਡੇ ਪੱਧਰ 'ਤੇ ਮੈਨੂੰ ਲੱਗਦਾ ਪਾਰਲੀਮੈਂਟ ਦੀ ਸੁਰੱਖਿਆ 'ਚ ਉਨੇ ਬੰਦੇ ਨਹੀਂ ਲੱਗੇ ਹੋਏ ਜਿੰਨੇ ਬੰਦੇ ਇਸ ਆਦੇ ਕਿਸਾਨਾਂ ਦੇ ਆਲੇ ਦੁਆਲੇ ਲਾ ਰੱਖੇ ਨੇ ਇਸ ਮਾਮਲੇ 'ਚ। ਔਰ ਅੱਜ ਤੱਕ ਇਹ ਕਿਸਾਨ ਅੰਦੋਲਨ ਸ਼ਾਂਤਮਈ 8 ਮਹੀਨਿਆਂ ਤੋਂ ਲਗਭਗ ਹੈ ਤੇ ਰਿਹਾ ਹੈ ਤੇ ਇਹਦੇ ਬਾਵਜੂਦ ਤੁਸੀਂ ਇੱਕ ਯਕੀਨ ਉਸ ਲੈਵਲ ਤੇ ਆਪਣੀ ਸਿਕਿਉਰਿਟੀ ਲਾ ਕੇ ਰੱਖੋ ਪਾਰਲੀਮੈਂਟ ਦੇ ਵੱਲ ਜਿੱਧਰ ਦੂਰ ਜਾਣਾ ਜਾਂ ਨਹੀਂ ਹੈ। ਔਰ ਇਹਦੇ ਤੋਂ ਵੀ ਇੱਕ ਮਾਈਂਡ ਸੈੱਟ ਪਤਾ ਲੱਗਦਾ, ਇੱਕ ਮਾਨਸਿਕਤਾ ਪਤਾ ਲੱਗਦੀ ਹੈ ਸਰਕਾਰ ਦੀ ਕਿ ਤੁਸੀਂ ਦਬਾਅ ਦੇ ਤਹਿਤ ਹੀ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਉੱਥੇ ਜਾਣ ਦੀ ਜਾਂ ਆਪਣੇ ਤਰੀਕੇ ਨਹੀਂ, ਤੁਸੀਂ ਚਾਹੁੰਦੇ ਨਹੀਂ ਹੈ ਕਿ ਗੱਲ ਉਸ ਲੈਵਲ ਤੇ ਪਹੁੰਚਦੀ ਜਾਂ ਕਿਸਾਨਾਂ ਨੂੰ ਉੱਥੇ ਜਾਣ। ਹੁਣ ਜਦੋਂ ਵੀ ਜਿੰਨੇ ਦਿਨ ਪਾਰਲੀਮੈਂਟ ਚੱਲੇਗੀ ਉਨੇ ਦਿਨ ਕਿਸਾਨ ਇੱਕ ਪੈਰਲਲ ਤੇ ਸਮਾਨਾਂਤਰ ਆਪਣੀ ਪਾਰਲੀਮੈਂਟ ਚਲਾਉਣਗੇ, ਸੰਸਦ ਚਲਾਉਣਗੇ ਔਰ ਇਹ ਦੁਨੀਆ ਭਰ ਦੇ ਵਿੱਚ ਇੱਕ ਦਿਖਾਈ ਦੇਣ ਵਾਲਾ ਇੱਕ ਆਪਣੇ ਕਿਸਮ ਦਾ ਨਿਵੇਕਲਾ ਇੱਕ ਸੱਦਾ ਹੈ। ਔਰ ਇਹ ਸੱਦਾ ਉਸ 'ਚ ਕਾਮਯਾਬ ਸੱਦਾ ਹੈ, ਉਸ ਰੂਪ ਦੇ ਵਿੱਚ ਉਸ ਰਣਨੀਤੀ ਦਾ ਹਿੱਸਾ ਹੈ ਜਿਹੜਾ ਉਹਨਾਂ ਦੇ ਮੁੱਦੇ ਨੂੰ ਵੱਡੇ ਪੱਧਰ ਤੇ ਉਭਾਰ ਰਿਹਾ ਹੈ ਤੇ ਜਿਹੜਾ ਕਲੈਸ਼ ਤੋਂ ਜਾਂ ਕਿਸੇ ਟਾਈਪ ਦੀ ਹਿੰਸਾ ਦੇ ਖਤਰੇ ਤੋਂ ਦੂਰ ਵੀ ਲੈ ਕੇ ਜਾ ਰਿਹਾ ਜੀ। ਹਮੀਰ ਜੀ, ਜਿਵੇਂ ਕਿ ਅੱਜ ਦੇਖਿਆ ਵੀ ਕਿ ਬਾਹਰ ਤੱਕ ਕਿਸਾਨਾਂ ਨੇ ਆਪਣੀ ਜਿਹੜੀ ਸਮਾਨਾਂਤਰ ਸੰਸਦ ਚਲਾਈ ਹੈ, ਉਸ ਦੇ ਨਾਲ ਹੀ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਰਾਜਸੀ ਪਾਰਟੀਆਂ ਵੱਲੋਂ ਵੀ ਅੰਦਰ ਜਿਹੜਾ ਹੈਗਾ ਕਿਸਾਨੀ ਦੇ ਮੁੱਦੇ ਨੂੰ ਵੱਡੇ ਪੱਧਰ ਤੇ ਚੁੱਕਿਆ ਗਿਆ। ਈਵਨ ਕਿ ਉਹਨਾਂ ਨੇ ਸੰਸਦ ਦੇ ਬਾਹਰ ਵੀ ਪ੍ਰੋਟੈਸਟ ਕੀਤਾ। ਅਸੀਂ ਜਾਣਨਾ ਚਾਹਾਂਗੇ ਵੀ ਅੱਜ ਕਿਸ ਤਰ੍ਹਾਂ ਹੀ ਜਿਹੜੀ ਹੈਗੀ ਚਾਹੇ ਸੰਸਦ ਦੇ ਅੰਦਰ ਹੋਵੇ ਚਾਹੇ ਬਾਹਰ ਹੋਵੇ ਕਿਸਾਨੀ ਦਾ ਮੁੱਦਾ ਕਿਸ ਤਰ੍ਹਾਂ ਚੁੱਕਿਆ ਗਿਆ। ਇਹਦਾ 2-3 ਸਿੱਧੇ ਫਾਇਦੇ ਤੇ ਸਿੱਧਾ ਤਰੀਕਾ ਦਿਖਾਈ ਦੇ ਰਿਹਾ। ਪਹਿਲੀ ਵਾਰ ਨੈਸ਼ਨਲ ਮੀਡੀਆ ਜਿਹੜਾ ਕਿਸਾਨ ਅੰਦੋਲਨ ਨੂੰ ਕਵਰ ਨਹੀਂ ਕਰਦਾ, ਨੈਗੇਟਿਵ ਹੀ ਕਵਰ ਕਰਦਾ ਹਮੇਸ਼ਾ ਜਾਂ ਕਰਦਾ ਹੀ ਨਹੀਂ ਹੈ। ਹੁਣ ਤਾਂ ਕਰਨਾ ਹੀ ਛੱਡ ਗਿਆ ਵੀ ਚਲੋ ਜੇ ਤਾਂ ਛੱਡੋ ਮੰਤਰੀਆਂ ਦੇ ਬਿਆਨ ਦੇਈ ਜਾਓ। ਉਹਨੂੰ ਜੰਤਰ ਮੰਤਰ ਤੇ ਕਿਸਾਨ ਸੰਸਦ ਨੂੰ ਕਵਰ ਕਰਨਾ ਪਿਆ ਕੁਝ ਨਾ ਕੁਝ ਜਿੰਨਾ ਵੀ ਕੀਤਾ, ਪਰ ਉਹਨੂੰ ਮਜਬੂਰੀ ਬਣੀ ਹੈ ਕਿ ਨੈਸ਼ਨਲ ਮੀਡੀਆ ਦੇ ਵਿੱਚ ਵੀ ਉਹ ਗੱਲ ਆਈ ਹੈ ਕਿ ਕਿਸਾਨ ਇੱਕ ਪੈਰਲਲ ਸੰਸਦ ਕਰ ਰਹੇ ਨੇ ਤੇ ਉਹ ਕੀ ਕਰ ਰਹੇ ਨੇ ਕਿਵੇਂ ਕਰ ਰਹੇ ਨੇ। ਦੂਜੀ ਗੱਲ ਜਿਹੜੇ ਧਿਆਨ ਕੇਂਦਰਿਤ ਕਰਨਾ ਸੀ ਦੇਸ਼ ਔਰ ਦੁਨੀਆ ਦਾ ਕਿ ਨੈਸ਼ਨਲ ਮੀਡੀਆ ਅਲੱਗ ਟਾਈਪ ਦੀ ਗੱਲ ਕਰਦਾ, ਇਹ ਅਲੱਗ ਗੱਲ ਹੈ ਕਿ ਅਜੇ ਵੀ ਉਹਨਾਂ 'ਚੋਂ ਕਈ ਚੈਨਲਾਂ ਨੇ ਇਹੀ ਕੀਤਾ ਕਿ ਜ਼ਿਆਦਾ ਬੀਜੇਪੀ ਦੇ ਬੰਦੇ ਬੁਲਾਉਂਦੇ ਹੋ ਤੁਸੀਂ, ਕਿਸਾਨ ਕੀ ਕਰਦੇ ਹੋ ਜਾਂ ਬਾਕੀ ਦੂਜਿਆਂ ਨੂੰ ਘੱਟ ਸਮਾਂ ਦਿੰਦੇ ਹੋ। ਪਰ ਫਿਰ ਵੀ ਇੱਕ ਇਹ ਪ੍ਰਾਪਤੀ ਹੈ ਬੜੀ ਵੱਡੀ ਕਿ ਨੈਸ਼ਨਲ ਮੀਡੀਆ ਦਾ ਫੋਕਸ ਵੀ ਇਸ ਗੱਲ 'ਤੇ ਹੋਣਾ। ਦੂਜੀ ਗੱਲ ਇਹ ਹੈ ਕਿ ਕਿਸਾਨਾਂ ਨੇ ਪਹਿਲਾਂ ਹੀ ਵੋਟਰ ਵਿਪ ਜਾਰੀ ਕੀਤੀ ਹੋਈ ਸੀ, ਖਾਸ ਤੌਰ 'ਤੇ ਵਿਰੋਧੀ ਧਿਰ ਦੇ ਲੋਕਾਂ ਨੂੰ ਤਾਂ ਇਹ ਕਿ ਤੁਸੀਂ ਜਾ ਕੇ ਅੰਦਰ ਵੀ ਰੌਲਾ ਪਾਉਣਾ ਅਤੇ ਬਾਹਰ ਵੀ। ਪਹਿਲਾਂ ਕੁਝ ਨਾ ਕੁਝ ਕੱਚਾ ਸੀ। ਕੱਲ੍ਹ ਸਟੇਜ ਦੇ ਉੱਤੇ ਬੋਲਿਆ ਗਿਆ ਕਿਸਾਨ ਆਗੂਆਂ ਵੱਲੋਂ ਕਿ ਸਾਨੂੰ ਦਿਖਾਈ ਦਿੰਦਾ ਕਿ ਪੰਜਾਬ ਨਾਲ ਜੁੜੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਤਾਂ ਥੋੜ੍ਹਾ ਬਹੁਤ ਕਰ ਰਹੇ ਨੇ, ਤਖਤੀਆਂ ਤੁਖਤੀਆਂ ਲੈ ਕੇ ਖੜ੍ਹਦੇ ਨੇ, ਪਰ ਉਹਨਾਂ ਹੀ ਪਾਰਟੀਆਂ ਦੇ ਜਿਹੜੇ ਹੋਰਾਂ ਸੂਬਿਆਂ ਦੇ ਮੈਂਬਰ ਪਾਰਲੀਮੈਂਟ ਨੇ ਉਹ ਦਿਖਾਈ ਨਹੀਂ ਦਿੰਦੇ ਹਜੇ। ਖਾਸ ਤੌਰ 'ਤੇ ਕਾਂਗਰਸ ਦਾ ਜ਼ਿਕਰ ਕੀਤਾ ਗਿਆ ਕਿ ਉਹ ਅਜੇ ਕਿਸਾਨਾਂ ਦੇ ਮੁੱਦੇ 'ਤੇ ਉਸ ਪੱਧਰ ਦੇ ਉੱਤੇ ਨਹੀਂ ਆ ਰਹੇ। ਅਤੇ ਅੱਜ ਫਿਰ ਇਹ ਬੜੇ ਵੱਡੇ ਪੱਧਰ 'ਤੇ ਹੋਇਆ। ਆਮ ਆਦਮੀ ਪਾਰਟੀ ਨੇ ਵੀ ਕੰਮ ਰੋਕੂ ਪ੍ਰਸਤਾਵ ਵੀ ਦਿੱਤਾ ਹੋਇਆ ਸੀ ਭਗਵੰਤ ਮਾਨ ਵੱਲੋਂ ਵੀ ਪਾਰਲੀਮੈਂਟ ਦੇ ਲੋਕ ਸਭਾ ਦੇ ਵਿੱਚ ਬਿੱਲ ਦੇ ਵਿੱਚ ਆ ਕੇ ਰੌਲਾ ਰੱਪਾ ਵੀ ਉਸੇ ਤਰ੍ਹਾਂ ਪਾਇਆ ਅਤੇ ਬਾਹਰ ਵੀ ਸੰਜੇ ਸਿੰਘ ਰਾਜ ਸਭਾ ਤੋਂ ਇੱਧਰੋਂ ਉਹ ਆਮ ਆਦਮੀ ਪਾਰਟੀ ਵੀ ਖੜ੍ਹਦੀ ਰਹੀ ਅਤੇ ਅਕਾਲੀ ਦਲ ਦੇ ਵੀ ਸਾਰੇ ਜਿਹੜੇ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਨੇ ਸਦਨ ਦੇ ਅੰਦਰ ਵੀ ਅਤੇ ਬਾਹਰ ਵੀ ਉਹ ਸਾਰੀਆਂ ਤਖਤੀਆਂ ਲੈ ਕੇ ਖੜ੍ਹੇ ਰਹੇ ਅਤੇ ਕਾਂਗਰਸ ਪਾਰਟੀ ਦੇ ਟੋਟਲ MP
ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਅੰਦਰ ਵੀ ਤੇ ਪਹਿਲਾਂ ਜਿਹੜਾ ਗਾਂਧੀ ਦਾ ਬੁੱਤ ਹੈ ਇੱਥੇ ਲੱਗਿਆ ਹੋਇਆ ਅੰਦਰ ਪਾਰਲੀਮੈਂਟ ਦੇ ਵਿੱਚ, ਉਹਦੇ ਆਲੇ ਦੁਆਲੇ ਖੜੇ ਤੇ ਇਹਦੇ ਤੇ ਕਿਸਾਨ ਮੁੱਦੇ ਤੇ ਪੂਰੀ ਤਰ੍ਹਾਂ ਫੋਕਸ ਕੀਤਾ। ਪਾਰਲੀਮੈਂਟ ਨਹੀਂ ਚੱਲੀ, ਪਾਰਲੀਮੈਂਟ ਰਾਜ ਸਭਾ ਵੀ ਤੇ ਲੋਕ ਸਭਾ ਵੀ, ਇਹ ਦੋਨੋਂ ਬੁਨਿਆਦੀ ਮੁੱਦੇ ਰਹੇ। ਅੱਜ ਕਿਸਾਨਾਂ ਦੇ ਬਾਹਰ ਸੰਸਦ ਦਾ ਦਬਦਬਾ ਹੋਣ ਕਰਕੇ ਕਿਸਾਨੀ ਮੁੱਦਾ ਨੰਬਰ 1 ਰਿਹਾ ਤੇ ਪੈਗਾਸਸ ਵਾਲਾ ਮੁੱਦਾ ਜਿਹੜਾ ਜਸੂਸੀ ਵਾਲਾ ਮੁੱਦਾ ਉਹ ਨਾਲ ਜੁੜ ਕੇ ਤੇ ਇਹਦੇ ਤੇ ਮਤਲਬ ਕਿਸਾਨਾਂ ਨੇ ਉਸ ਪੱਧਰ ਦੇ ਉੱਤੇ ਗੱਲ ਕੀਤੀ ਹੈ। ਤੇ ਫਿਰ ਕੇਰਲਾ ਦੇ 20 ਮੈਂਬਰ ਪਾਰਲੀਮੈਂਟ ਚੱਲ ਕੇ ਜਿੱਥੇ ਕਿਸਾਨ ਸੰਸਦ ਆ ਉੱਥੇ ਤੱਕ ਆਏ ਤੇ ਉੱਥੇ ਤੱਕ ਆ ਕੇ ਇੱਕ ਸਪੋਰਟ ਦੇ ਕੇ ਗਏ, ਕਿਉਂਕਿ ਕਿਸਾਨ ਮੋਰਚੇ ਦਾ ਹਜੇ ਤੱਕ ਇੱਕ ਅਸੂਲ ਹੈ। ਉਹਨਾਂ ਨੇ ਵੀ ਉਹਨਾਂ ਨਾਲ ਵੀ ਗੱਲ ਕੀਤੀ, ਬੜੇ ਸਲੀਕੇ ਨਾਲ ਗੱਲ ਕੀਤੀ ਕਿ ਅਸੀਂ ਸਟੇਜ ਸਾਂਝੀ ਨਹੀਂ ਕਰਦੇ ਕਿਸੇ ਵੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਾਂ ਪਾਰਟੀ ਦੇ ਪ੍ਰਧਾਨ ਜਾਂ ਪਾਰਟੀ ਦੇ ਐਕਟਿਵਿਸਟ ਨਾਲ, ਤੇ ਇਸ ਕਰਕੇ ਤੁਸੀਂ ਆਏ, ਤੁਹਾਡਾ ਵੈਲਕਮ। ਔਰ ਉਹਨਾਂ ਨੇ ਵੀ ਕਿਹਾ ਵੀ ਹਾਂ ਠੀਕ ਹੈ, ਅਸੀਂ ਕੇਵਲ ਉੱਥੋਂ ਚੱਲ ਕੇ ਤੁਹਾਡੇ ਨਾਲ ਇਸ ਲਈ ਆਏ ਹਾਂ ਕਿ ਹਾਂ ਤੁਸੀਂ ਇੱਕ ਅੰਦੋਲਨ ਕਰ ਰਹੇ ਹੋ, ਸਾਡੀ ਸਪੋਰਟ ਤੁਹਾਡੇ ਨਾਲ ਹੈ। ਇਸ ਕਰਕੇ ਇਹ ਜਿਹੜਾ ਇੱਕ ਮਾਹੌਲ ਹੈ ਉਸ ਪੱਧਰ ਦੇ ਉੱਤੇ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਇਹ ਮੁੱਦਾ ਸੈਂਟਰ ਸਟੇਜ ਦੇ ਵਿੱਚ ਆਉਣਾ ਮੁੜ ਕੇ ਇਹ ਕਾਫੀ ਵੱਡੀ ਪ੍ਰਾਪਤੀ ਹੈ ਜਿਹੜੀ ਉਸ ਪੱਧਰ ਦੇ ਉੱਤੇ ਆਈ ਹੈ, ਇਸ ਰਣਨੀਤੀ ਦੇ ਨਾਲ ਸਾਹਮਣੇ ਆਈ ਹੈ। ਜੀ ਹਮੀਰ ਜੀ, ਜੇਕਰ ਹੁਣ ਤੱਕ ਦੇ ਸਾਰੀ ਕਾਰਗੁਜ਼ਾਰੀ ਤੇ ਨਿਗਾਹ ਮਾਰੀਏ ਤਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਮੰਗਾਂ ਨੂੰ ਤਾਂ ਨਜ਼ਰਅੰਦਾਜ਼ ਕਰਦਿਆਂ ਅੰਦੋਲਨ ਨੂੰ ਦਬਾਉਣ ਦੀ, ਬਦਨਾਮ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਤੇ ਉਸ ਦੇ ਨਾਲ ਹੀ ਜੇਕਰ ਜਿਵੇਂ ਅੱਜ ਮੀਡੀਆ ਨੂੰ ਵੀ ਕਿਸਾਨਾਂ ਤੱਕ ਜਾਂ ਸੰਸਦ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਸੀਂ ਜਾਣਨਾ ਚਾਹਾਂਗੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿਹੜੀ ਹੈ ਮੀਡੀਆ ਦੀ ਆਵਾਜ਼ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਤਾਂ ਫਰਕ ਹੈਗਾ ਹੀ ਹੈ। ਕੇਂਦਰ ਸਰਕਾਰ ਤਾਂ ਜੇ ਕਿਹਾ ਜਾਏ ਕਿ ਅੱਜ ਵੀ ਇੱਕ ਅਖਬਾਰ ਟੀਵੀ ਚੈਨਲ 'ਤੇ ਵੀ ਰੇਡਾਂ ਹੋਈਆਂ ਨੇ ਇਨਕਮ ਟੈਕਸ ਦੀਆਂ, ਵੱਖ-ਵੱਖ ਜਿੱਥੇ ਵੀ ਕਿਤੇ ਨਜ਼ਰ ਆਉਂਦਾ ਕਿ ਖਿਲਾਫ ਹੈ। ਕਿੰਨੇ ਪੱਤਰਕਾਰ ਅੰਦਰ ਬੰਦ ਨੇ, ਕੋਈ ਯੂਏ ਪੀਏ ਦੇ ਵਿੱਚ ਹੈ, ਕੋਈ ਕਾਸੇ ਦੇ ਵਿੱਚ ਹੈ। ਲਗਾਤਾਰ ਇੱਕ ਅਪਰੋਚ ਹੈ ਉਸ ਪੱਧਰ ਦੀ ਵੀ ਜੇ ਤਾਂ ਤੁਸੀਂ ਸਾਡੇ ਨਾਲ ਹੈਗੇ ਹੋ ਤਾਂ ਠੀਕ ਹੈ, ਨਹੀਂ ਤਾਂ ਤੁਸੀਂ ਦੇਸ਼ ਧਰੋਹੀ ਹੋ ਜਾਂ ਉਸ ਪੱਧਰ ਦੇ ਉੱਤੇ ਹੋ। ਜਿਹੜਾ ਇਹ ਕਿਸਾਨ ਸੰਸਦ ਪੈਰਲਲ ਚੱਲ ਰਹੀ ਹੈ, ਇਹ ਇੱਕ ਗੱਲ ਦਾ ਤੋੜ ਹੈ ਇਸ ਸਮੇਂ ਦੇ ਰਹੀ ਹੈ। ਜਿਹੜਾ ਅੱਜ ਵੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ, ਹਾਲਾਂਕਿ ਨਰਿੰਦਰ ਤੋਮਰ ਦੇ ਪਰ ਕੱਟ ਦਿੱਤੇ ਗਏ ਨੇ, ਪਰ ਇਸ ਰੂਪ ਦੇ ਵਿੱਚ ਕੱਟੇ ਗਏ ਨੇ ਕਿ ਉਹਨਾਂ ਦਾ ਕੋਆਪਰੇਟਿਵ ਡਿਪਾਰਟਮੈਂਟ ਜਿਹੜਾ ਖੇਤੀ ਨਾਲ ਸੰਬੰਧਿਤ ਸੀ ਉਹ ਅਲੱਗ ਹੋ ਗਿਆ ਔਰ ਉਹ ਵੀ ਇੱਕ ਸੈਂਟਰਲਾਈਜੇਸ਼ਨ ਦੀ ਪਾਵਰ ਤਹਿਤ ਹੋਇਆ। ਸ਼ਾਇਦ ਇਹਦੇ 'ਤੇ ਮੁੱਦਾ ਫਾਈਨੈਂਸ਼ੀਅਲ ਐਕਸਪ੍ਰੈਸ ਨੇ ਇੱਕ ਖਬਰ ਕਵਰ ਕੀਤੀ ਹੈ ਤੇ ਉਹ ਕਵਰ ਹੈ ਕਿ ਹੁਣ ਸਰਕਾਰ ਇੱਕ ਨਵੇਂ ਆਈਡੀਏ ਨਾਲ ਖੇਡ ਰਹੀ ਹੈ ਕਿ ਜਿਹੜਾ ਸਹਿਕਾਰਤਾ ਵਿਭਾਗ ਹੈ ਮੰਤਰਾਲਾ, ਇਹ ਰਾਜਾਂ ਦੀ ਸੂਚੀ 'ਚੋਂ ਕੱਢ ਕੇ ਸਾਂਝੀ ਸੂਚੀ 'ਚ ਪਾ ਦਿੱਤਾ ਜਾਏ ਤੇ ਤਾਂ ਕਿ ਉਹਦੇ 'ਤੇ ਕੇਂਦਰ ਦਾ ਕਬਜ਼ਾ ਪੂਰੀ ਤਰ੍ਹਾਂ ਉਸ ਰੂਪ ਦੇ ਵਿੱਚ ਹੋ ਜੇ। ਇਹ ਗੱਲ ਅੱਗੇ ਚੱਲਣੀ ਹੈ ਕਹਾਣੀ ਉਸੇ ਪੱਧਰ 'ਤੇ। ਜਿਹੜੀਆਂ ਹਜ਼ਾਰਾਂ ਕੋਆਪਰੇਟਿਵ ਬੈਂਕਾਂ ਨੇ, ਲੱਖਾਂ ਸੁਸਾਇਟੀਆਂ ਨੇ, ਉਹਨਾਂ 'ਤੇ ਵੀ ਡਾਇਰੈਕਟ ਕਬਜ਼ਾ ਕਰਨ ਦਾ ਜਿਹੜਾ ਸਵਾਲ ਹੈ। ਪਰ ਨਾਲ ਦੀ ਨਾਲ ਇਹ ਵੀ ਹੈ ਜਿਹੜਾ ਕਿਸਾਨ ਸੰਸਦ ਚੱਲ ਰਹੀ ਹੈ, ਉਹਨੇ ਇੱਕ ਗੱਲ ਜੇ ਨੈਸ਼ਨਲ ਮੀਡੀਆ ਦਾ ਪੱਤਰਕਾਰ ਜਾਂ ਉਹਦੇ ਸਮਝਣਾ ਚਾਹਣ ਜਾਂ ਤੋਮਰ ਹੋਣੀ ਜਾਂ ਬਾਕੀ ਕੋਈ ਵੀ ਸਮਝਣਾ ਚਾਹੇ ਤਾਂ ਇਸ ਕਿਸਾਨ ਸੰਸਦ ਦੇ ਵਿੱਚ ਜਿਹੜਾ ਉਹ ਬਾਰ-ਬਾਰ ਪੁੱਛਦੇ ਨੇ ਕਿ ਇਹਨਾਂ ਬਿੱਲਾਂ 'ਚ ਕਾਲਾ ਕੀ ਹੈ ਜੀ, ਸਾਨੂੰ ਦੱਸੋ, ਕਲੌਜ ਵਾਈਜ਼ ਕਰੋ। ਹਾਲਾਂਕਿ ਕਿਸਾਨ ਇਹ ਕਹਿੰਦੇ ਨੇ ਕਿ 11 ਵਾਰ ਗੱਲਬਾਤ ਹੋਈ ਹੈ, ਅਸੀਂ ਕਲੌਜ ਵਾਈਜ਼ ਹੀ ਤੁਹਾਡੇ ਨਾਲ ਗੱਲ ਕੀਤੀ ਹੈ, ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ ਤੇ ਬਾਰ-ਬਾਰ ਤੁਸੀਂ ਗਲਤ ਕਹਿ ਰਹੇ ਹੋ। ਜੇ ਫਿਰ ਵੀ ਜੀ ਨਹੀਂ ਕਿਸੇ ਨੂੰ ਪਤਾ ਲੱਗਿਆ ਤਾਂ ਜਿਹੜੇ ਕਿਸਾਨਾਂ ਦੇ ਸਪੀਕਰ ਨੇ ਬੋਲਣਗੇ ਬੁਲਾਰੇ ਇਹਨਾਂ ਪੂਰੇ ਦਿਨਾਂ ਦੇ ਵਿੱਚ, ਉਹ ਕੱਲੀ ਗੱਲ ਇਹਨਾਂ ਬਿੱਲਾਂ 'ਤੇ ਬੋਲਣਗੇ ਕਿ ਸਾਨੂੰ ਇਤਰਾਜ਼ ਕੀ ਹੈ, ਅਸੀਂ ਕਿਉਂ ਵਾਪਸ ਚਾਹੁੰਦੇ ਹਾਂ, ਅਸੀਂ ਕਿਉਂ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਅਸੀਂ ਕਾਨੂੰਨ ਬਣਵਾਉਣਾ ਚਾਹੁੰਦੇ ਹਾਂ, ਉਹਦੇ ਪਿੱਛੇ ਗੱਲ ਕੀ ਹੈ। ਔਰ ਮੈਂ ਇੱਕ ਗੱਲ ਦੇਖੀ ਹੈ ਕਿ ਜਿੰਨੇ ਵੀ ਨੈਸ਼ਨਲ ਮੀਡੀਆ ਜਾਂ ਬਾਕੀ ਦਾ ਮੀਡੀਆ, ਆਪਣਾ ਪੰਜਾਬੀ ਵੀ, ਜਿਹੜੇ ਇਹ ਗੱਲ ਕਰਦੇ ਨੇ ਬਾਰ-ਬਾਰ, ਰੋਜ਼ ਆ ਕੇ ਬੀਜੇਪੀ ਦਾ ਕੋਈ ਨਾ ਕੋਈ ਸਪੋਕਸਪਰਸਨ ਇਹ ਕਹਿੰਦਾ ਹੈ ਜਾਂ ਮੰਤਰੀ ਇਹ ਕਹਿੰਦਾ ਹੈ ਕਿ ਜੀ ਸਾਨੂੰ ਦੱਸਣ ਤਾਂ ਸਹੀ ਇਹਦੇ 'ਚ ਗਲਤ ਕੀ ਹੈ ਜੀ। ਉਹ ਇਹ ਕਾਊਂਟਰ ਸਵਾਲ ਕੋਈ ਕਰਦਾ ਨਹੀਂ ਹੈ, ਨਾ ਕੋਈ ਪੱਤਰਕਾਰ ਕਰ ਰਿਹਾ ਉਹਨਾਂ 'ਚੋਂ, ਨਾ ਕੋਈ ਬਾਕੀ ਹੈ, ਕਿ ਉਹ ਇਹ ਕਹਿੰਦੇ ਨੇ ਕਿ ਪਹਿਲੀ ਗੱਲ ਇਹ ਗੈਰ ਸੰਵਿਧਾਨਕ ਹੈ। ਗਵਰਨਮੈਂਟ ਆਫ ਇੰਡੀਆ ਨੂੰ ਖੇਤੀ ਦੇ ਵਿਸ਼ੇ 'ਤੇ ਕਾਨੂੰਨ ਬਣਾਉਣ ਦਾ ਹੱਕ ਨਹੀਂ ਹੈ ਜੀ। ਤੇ ਇਸੇ ਕਰਕੇ ਤੁਸੀਂ ਇਹ ਕਹਿ ਚੁੱਕੇ ਹੋ, ਜਿਹੜੇ ਜਿਵੇਂ ਕੱਲ੍ਹ ਪਾਰਲੀਮੈਂਟ 'ਚ ਬਿਆਨ ਦਿੱਤਾ ਨਾ ਕਿ ਹੈਲਥ ਤਾਂ ਸਟੇਟਾਂ ਦਾ ਵਿਸ਼ਾ, ਇਸ ਲਈ ਮੌਤਾਂ ਦੀ ਗਿਣਤੀ ਸਾਡੇ ਕੋਲ ਨਹੀਂ ਜੀ। ਉਸੇ ਤਰ੍ਹਾਂ ਖੁਦਕਸ਼ੀਆਂ ਬਾਰੇ ਵੀ ਤੁਸੀਂ ਇਹ ਕਹਿੰਦੇ ਰਹੇ ਹੋ, ਕਿਸਾਨ ਖੁਦਕੁਸ਼ੀ ਵੀ ਖੇਤੀ ਤਾਂ ਸਟੇਟ ਸਬਜੈਕਟ ਹੈ, ਇਹ ਰਾਜਾਂ ਨੂੰ ਇਹ ਕਰਨਾ ਚਾਹੀਦਾ। ਜਿਹੜਾ ਸਟੇਟ ਸਬਜੈਕਟ ਹੈ, ਕੇਂਦਰ ਜੇ ਉੱਤੇ ਕਾਨੂੰਨ ਬਣਾ ਹੀ ਨਹੀਂ ਸਕਦੀ ਤਾਂ ਇਦੋਂ ਕਾਲਾ ਕੀ ਹੋਏਗਾ? ਇਹ ਸਵਾਲ ਕਿਉਂ ਨਹੀਂ ਕੀਤਾ ਜਾਂਦਾ ਕਦੇ ਵੀ? ਇਹ ਸਵਾਲ ਕਿਸਾਨ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ। ਨੰਬਰ 1 ਤਾਂ ਇਹ ਸਵਾਲ ਹੈ ਕਿ ਇਹ ਸਭ ਤੋਂ ਬੜਾ ਇਹਦਾ ਜਵਾਬ ਲਿਆ ਜਾਣਾ ਚਾਹੀਦਾ ਸਰਕਾਰਾਂ ਤੋਂ। ਦੂਜੀ ਸਵਾਲ ਇਹ ਹੈ ਕਿ ਜੇਕਰ ਤੁਸੀਂ ਕਹਿ ਰਹੇ ਹੋ ਕਿ ਜੀ ਇਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੇ ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਤੇ ਇਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਨਹੀਂ ਹੈ, ਤੁਸੀਂ ਇਹ ਡਿਸਾਈਡ ਕਰਨ ਵਾਲੇ ਕੌਣ? ਤੁਹਾਨੂੰ ਕੀ ਨਹੀਂ? ਜੇ ਕਿਸਾਨੀ ਦਾ ਇੱਕ ਬੜਾ ਵੱਡਾ ਤਬਕਾ ਇਹ ਕਹਿ ਰਿਹਾ ਕਿ ਸਾਨੂੰ ਇਹ ਨਹੀਂ ਚਾਹੀਦਾ, ਤੁਸੀਂ ਕਿਉਂ ਥੋਪਣ ਲਈ ਤਿਆਰ ਹੋ ਉਹਨਾਂ 'ਤੇ? ਬਿਲਕੁਲ। ਤੇ ਤੀਜੀ ਗੱਲ,
ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਤਾਂ ਖੇਤੀ ਦੇ ਵਿਸ਼ੇ ਤੇ ਕਾਨੂੰਨ ਬਣਾਇਆ ਹੀ ਨਹੀਂ, ਅਸੀਂ ਤਾਂ ਵਣਜ ਤੇ ਵਪਾਰ ਦੇ ਵਾਲੀ ਕਲੌਜ ਦੇ ਤਹਿਤ ਬਣਾਇਆ ਜੀ। ਤਾਂ ਫਿਰ ਖੇਤੀ ਉੱਤੇ ਲਾਗੂ ਕਿਉਂ ਕਰ ਰਹੇ ਹੋ? ਜੇ ਵਣਜ ਤੇ ਵਪਾਰ ਵਾਲੀ ਲਈ ਬਣਾਇਆ ਤਾਂ ਵਣਜ ਤੇ ਵਪਾਰ ਤੇ ਇਕੱਲਾ ਕਾਨੂੰਨ ਬਣਾਓ। ਉਹ 'ਚ ਖੇਤੀ 'ਚ ਕੰਟਰੈਕਟ ਕਿਉਂ ਲਿਆ ਰਹੇ ਹੋ? ਉਹਦੇ 'ਚ ਖੇਤੀ ਦੀ ਮੰਡੀ ਅਲੱਗ ਕਿਉਂ ਕਰ ਰਹੇ ਹੋ? ਉਹਦੇ 'ਚ ਬਾਕੀ ਦੀਆਂ ਚੀਜ਼ਾਂ ਕਿਉਂ ਕਰ ਰਹੇ ਹੋ? ਔਰ ਇਹ ਸਾਰੇ ਜਿਹੜੇ ਸਵਾਲ ਨੇ ਅਸਲ ਦੇ ਵਿੱਚ, ਔਰ ਕਾਰਪੋਰੇਟ ਦਾ ਇੱਕ ਬੜਾ ਵੱਡਾ ਉਦੇਸ਼ ਹੈ ਜਿਹੜਾ ਉਸ ਪਾਸੇ ਵੱਲ, ਉਹਦਾ ਉਦੇਸ਼ ਹੀ ਫਾਲਟੀ ਹੈ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਵਿਕਾ ਕੇ ਅੱਗੇ ਕਾਰਪੋਰੇਟ ਨੂੰ ਸੌਂਪਣ ਦਾ ਉਦੇਸ਼ ਹੈ ਜੀ। ਤੇ ਉਸ ਉਦੇਸ਼ ਨਾਲ ਤੇ ਉਸ ਖੇਤੀ ਦੇ ਉਦਯੋਗੀਕਰਨ ਦੇ ਮਾਡਲ ਨਾਲ ਪ੍ਰੋਬਲਮ ਹੈ ਕਿਸਾਨਾਂ ਨੂੰ ਕਿ ਇਹ ਸਾਨੂੰ ਖਰਾਬ ਕਰ ਰਿਹਾ ਤੇ ਅਸੀਂ ਨਹੀਂ ਉਸ ਨੂੰ ਚਾਹੁੰਦੇ। ਔਰ ਮੈਨੂੰ ਲੱਗਦਾ ਕਿ ਬਹੁਤ ਵਧੀਆ ਮੰਚ ਪੈਦਾ ਹੋ ਗਿਆ ਜੇਕਰ ਅਗਲੇ ਦਿਨਾਂ 'ਚ ਜਦੋਂ 13 ਅਗਸਤ ਤੱਕ ਚੱਲਣਾ ਹੈ, ਜੇ ਮੰਤਰੀ ਵੀ ਜਾਂ 2-4 ਬੀਜੇਪੀ ਦੇ ਬੰਦੇ ਵੀ ਹੋਣ, ਕਿਸਾਨ ਵੀ ਵੱਡਾ ਦਿਲ ਦਿਖਾਉਣ, ਉਹਨਾਂ ਨੂੰ ਕਹਿਣ ਵੀ ਤੁਸੀਂ ਆਓ ਇੱਥੇ ਬੋਲੋ, ਕਿਸਾਨ ਆਗੂ ਜਿਹੜੇ 200 ਬੈਠਾ ਉਹ ਤੁਹਾਡੇ ਤੇ ਸਵਾਲ ਕਰੇਗਾ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਜੋ, ਜਾਂ ਉਹਨਾਂ ਦੀ ਸੁਣ ਲਓ ਪਬਲਿਕਲੀ, ਨੈਸ਼ਨਲ ਮੀਡੀਆ ਦੇ ਲਾਈਵ ਹੋਵੇ ਸਾਰਾ। ਤੇ ਜਿਹੜਾ ਵੀ ਬੰਦਾ ਗਲਤ ਬੋਲਦਾ, ਜੇ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਕੋਲ ਗੱਲ ਨਹੀਂ, ਕਾਲਾ ਕਾਨੂੰਨ ਕੀ ਹੈ ਕੀ ਨਹੀਂ ਹੈ, ਤੁਸੀਂ ਬੈਠ ਕੇ ਉੱਥੇ ਇੱਕ ਅਲੱਗ ਉਸੇ ਕਿਸਾਨਾਂ ਦੇ ਮੰਚ ਤੇ ਆ ਕੇ ਤੁਸੀਂ ਲਾਈਵ ਕਰ ਦਿਓ, ਸਾਰੀ ਦੁਨੀਆ ਸਮਝ ਜੂ। ਜੇ ਤੁਹਾਡੀ ਸਮਝ ਗਈ, ਹੋ ਸਕਦਾ ਮੋਰਚੇ ਵਾਲੇ ਵੀ ਸਮਝ ਲੈਣ ਤੇ ਵਾਪਸ ਆ ਜਾਣਗੇ, ਸਰਕਾਰ ਦੀ ਗੱਲ ਬਣ ਜੂਗੀ। ਬਿਲਕੁਲ, ਇਸ ਕਾਰਨ ਤੋਂ ਤਾਂ ਕੋਈ ਨਹੀਂ ਰੋਕਦਾ। ਤੇ ਜਾਂ ਫਿਰ ਨੈਗੋਸ਼ੀਏਸ਼ਨ ਸ਼ੁਰੂ ਕਰੋ, ਜਿਹੜੀ ਅੰਦਰਲੀ ਗੱਲਬਾਤ ਹੈ ਜਦ ਤੁਸੀਂ ਬੁਲਾਉਂਦੇ ਹੋ ਜੀ, ਉਹਦੀ ਲਾਈਵ ਕਰ ਦਿਓ। ਜਦੋਂ ਤੁਸੀਂ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿਓ, ਤੁਸੀਂ ਕਹੋ ਵੀ ਸਾਰੇ ਚੈਨਲਾਂ ਦੀ ਹਾਜ਼ਰੀ ਦੇ ਵਿੱਚ ਇਹ ਹੋਏਗਾ, ਜੋ ਆਰਗੂਮੈਂਟ ਹੁੰਦੇ ਨੇ ਲੋਕ ਆਪੀ ਸਮਝ ਲੈਣਗੇ ਉਹਨੂੰ ਜੀ। ਜਮਹੂਰੀਅਤ ਹੈ, ਜਮਹੂਰੀਅਤ ਦੇ ਵਿੱਚ ਗੱਲਬਾਤ 'ਚ ਕੋਈ ਗੱਲ ਨਹੀਂ ਹੈ। ਤੇ ਇਸ ਕਰਕੇ ਇਹ ਜਿਹੜੇ ਸਵਾਲ ਨੇ, ਇਹ ਸੰਸਦ ਜਿਹੜੀ ਕਿਸਾਨਾਂ ਦੀ ਹੈ, ਇਹ ਸਵਾਲਾਂ ਨੂੰ ਖੋਲ੍ਹ ਰਹੀ ਹੈ, ਇਹ ਇੱਕ ਮੌਕਾ ਦੇ ਰਹੀ ਹੈ, ਇੱਕ ਮੰਚ ਪ੍ਰਦਾਨ ਕਰ ਰਹੀ ਹੈ ਕਿ ਖੁੱਲ੍ਹੇ ਦੇ ਵਿੱਚ ਚਰਚਾ ਕਰਾਂਗੇ, ਕੋਈ ਗੱਲ ਨਹੀਂ, ਆ ਜਾਓ ਜੇ ਤੁਸੀਂ ਉਸ ਤਰੀਕੇ ਦੇ ਨਾਲ ਨਹੀਂ ਕਰਨਾ। ਇਸੇ ਕਰਕੇ ਸਰਕਾਰ ਦੇ ਮਾਮਲੇ ਦੇ ਵਿੱਚ ਸਰਕਾਰ ਦੀ ਦਲੀਲ ਜਿਹੜੀ ਹੈ ਉਹ ਕਾਊਂਟਰ ਹੋਣੀ ਹੈ ਇਸ ਸਾਰੇ ਜਿਹੜੀ ਸੰਸਦ ਦੀ ਰੂਪ ਹੈ। ਔਰ ਇਹ ਇੱਕ ਵਾਜਬ ਗੱਲ ਹੈ, ਜਮਹੂਰੀਅਤ ਦੇ ਵਿੱਚ ਜਿਹੜਾ ਵੀ ਤਰੀਕਾ ਅਜਮਾਇਆ ਜਾ ਸਕਦਾ ਹੋਵੇ, ਜਿਹੜਾ ਵੀ ਤਰੀਕਾ ਸਾਹਮਣੇ ਵਾਲਿਆਂ ਦੇ ਖਿਲਾਫ ਵਰਤਿਆ ਜਾ ਸਕਦਾ ਹੋਵੇ, ਔਰ ਜਿੰਨਾ ਵੀ ਉਹ ਵਾਜਬ ਹੋਵੇ ਉਹਨੂੰ ਸਗੋਂ ਵਰਤਣਾ ਚਾਹੀਦਾ। ਇਹੀ ਲੜਾਈਆਂ ਦੀ ਰਣਨੀਤੀ ਹੁੰਦੀ ਹੈ। ਜਮਹੂਰੀਅਤ ਦੇ ਵਿੱਚ ਲੜਾਈਆਂ ਜਿਹੜੀਆਂ ਇਸੇ ਸਟ੍ਰੈਟਜੀ ਨਾਲ ਲੜੀਆਂ ਜਾ ਸਕਦੀਆਂ ਹੁੰਦੀਆਂ ਨੇ, ਇਕੱਲਾ ਆਪਣੀ ਜੋ ਮਨ ਤੁਹਾਡਾ ਕਹਿੰਦਾ ਉਹਦੇ 'ਚੋਂ ਨਹੀਂ, ਜੋ ਸਾਹਮਣੇ ਆਉਂਦਾ ਉਹਦਾ ਇੰਪੈਕਟ ਕੀ ਪਏਗਾ, ਉਹ ਚੀਜ਼ਾਂ ਬਾਰੇ ਦੇਖਣਾ। ਤੇ ਔਰ ਇਹ ਇੱਕ ਬਹੁਤ ਵਧੀਆ ਮੈਨੂੰ ਲੱਗਦਾ ਇੱਕ ਤਰੀਕਾਕਾਰ ਹੈ ਜਿਹੜਾ ਕਿਸਾਨਾਂ ਨੇ ਅਡਾਪਟ ਕੀਤਾ ਜੀ। ਹਮੀਰ ਜੀ, ਜਿਵੇਂ ਅੰਦੋਲਨ ਦੇ 8 ਮਹੀਨਿਆਂ 'ਚ ਨੈਸ਼ਨਲ ਮੀਡੀਆ ਦੇ ਕਵਰੇਜ ਨੂੰ ਲੈ ਕੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਨੇ, ਪੱਖਪਾਤੀ ਦੀ ਗੱਲ ਵੀ ਸਾਹਮਣੇ ਆਉਂਦੀ ਰਹੀ ਹੈ, ਪਰ ਅੱਜ ਜਿਵੇਂ ਨੈਸ਼ਨਲ ਮੀਡੀਆ ਉੱਥੇ ਕਿਸਾਨਾਂ ਦੀ ਸੰਸਦ ਦੀ ਕਵਰੇਜ ਲਈ ਪਹੁੰਚਿਆ, ਅਸੀਂ ਜਾਣਨਾ ਚਾਹਾਂਗੇ ਵੀ ਕਿ ਨੈਸ਼ਨਲ ਮੀਡੀਆ ਦੀ ਅੱਜ ਦੀ ਭੂਮਿਕਾ ਕਿਸ ਤਰ੍ਹਾਂ ਹੀ ਰਹੀ ਹੈ। ਵੈਸੇ ਤਾਂ ਜਿਹੜਾ ਟੋਟਲ ਮੀਡੀਆ ਹੀ ਹੈ, ਤੇ ਮੀਡੀਆ ਦਾ ਜਿਹੜਾ ਚੱਲਣ ਹੈ ਸਾਡੇ, ਜੇ ਦੇਖਿਆ ਜਾਵੇ ਓਵਰਆਲ, ਉਹ ਇੱਕ ਤਾਂ ਮਾਲਕੀ ਦੇ ਤੌਰ ਤੇ ਕਾਰਪੋਰੇਟ ਮਾਲਕੀ ਵਾਲਾ ਬਹੁਤ ਵੱਡੇ ਪੱਧਰ ਦੇ ਉੱਤੇ, ਤੇ ਜਦੋਂ ਉਹਦੇ ਮਾਲਕ ਦੇ ਪੱਖ ਦੇ ਵਿੱਚ ਕੋਈ ਕਾਨੂੰਨ ਬਣਦੇ ਹੋਣ ਤਾਂ ਮੀਡੀਆ ਵਾਲਾ, ਬਾਕੀ ਪੱਤਰਕਾਰ ਤਾਂ ਕਰਿੰਦੇ ਨੇ ਨਾ, ਉਹ ਤਾਂ ਰੋਜੀ ਰੋਟੀ ਵਾਲੇ ਬੰਦੇ ਨੇ। ਕੋਈ ਜ਼ਰੂਰੀ ਨਹੀਂ ਹੈ ਕਿ ਸਾਰੇ ਬੰਦੇ ਉਹਨਾਂ ਨਾਲ ਹੀ ਸਹਿਮਤ ਹੋਣ ਜੋ ਚੈਨਲ ਦਾ ਬੌਸ ਕਹਿੰਦਾ ਜਾਂ ਬਾਕੀ ਲੋਕ ਕਹਿੰਦੇ ਨੇ, ਕਿਉਂਕਿ ਉਹਨੇ ਤਾਂ ਨੌਕਰੀ ਕਰਨੀ ਹੈ। ਤੇ ਅੱਜ ਕੱਲ੍ਹ ਬੇਰੁਜ਼ਗਾਰੀ ਦਾ ਦੌਰ ਹੈ, ਬਹੁਤ ਵੱਡਾ, ਨੌਕਰੀਆਂ ਹੈ ਨਹੀਂ ਹੈ, ਤੇ ਕਿੰਨੇ ਕੁ ਲੋਕ ਛੱਡ ਕੇ ਬਹਿ ਸਕਦੇ ਨੇ ਤੇ ਘਰ ਦਾ ਚੁੱਲ੍ਹਾ ਨਹੀਂ ਚੱਲਦਾ। ਤੇ ਜਿਹਦੀ ਓਡੀ ਕੁ ਹੈਸੀਅਤ ਹੋਵੇ ਜਾਂ ਜਿਹੜਾ ਸੈਕਰੀਫਾਈਸ ਕਰਨ ਲਈ ਮਨ ਬਣਾ ਚੁੱਕਿਆ ਹੋਵੇ, ਉਹ ਕਈ ਕਰ ਵੀ ਗਏ ਨੇ ਤੇ ਕਈ ਛੱਡ ਵੀ ਗਏ ਨੇ, ਪਰ ਸਾਰੇ ਉਵੇਂ ਨਹੀਂ ਕਰ ਸਕਦੇ। ਇਸ ਕਰਕੇ ਉਹ ਦੋਸ਼ੀ ਨਹੀਂ ਹੈ ਜਿਹੜਾ ਪੱਤਰਕਾਰ ਉੱਥੇ ਆਉਂਦਾ ਹੈ ਜਾਂ ਉਹ ਠੀਕ ਨਹੀਂ ਦਿਖਾ ਰਿਹਾ ਜਾਂ ਕੋਈ ਮਤਲਬ ਨਹੀਂ ਹੈ। ਉਹਨੂੰ ਜੋ ਹੁਕਮ ਕੀਤਾ ਜਾਂਦਾ ਹੈ, ਜੋ ਉਹਦਾ ਚੈਨਲ ਦਿਖਾਉਣਾ ਚਾਹੁੰਦਾ ਜਾਂ ਜੋ ਉਹਦਾ ਅਖਬਾਰ ਛਾਪਣਾ ਚਾਹੁੰਦਾ, ਉਹ ਕੰਮ ਕਰ ਰਿਹਾ। ਇੱਕ ਤਾਂ ਉਹ ਗੱਲ ਧਿਆਨ ਦੇ ਵਿੱਚ ਓਵਰਆਲ ਰੱਖਣ ਦਾ ਸਵਾਲ ਹੈ। ਦੂਜਾ ਸਵਾਲ ਇਹ ਹੈ ਕਿ ਸਾਡੇ ਟੋਟਲ ਮੀਡੀਆ ਦਾ, ਖਾਸ ਤੌਰ ਤੇ ਇਲੈਕਟ੍ਰੋਨ ਵੀ, ਈਵਨ ਪ੍ਰਿੰਟ ਮੀਡੀਆ ਦਾ ਵੀ ਬੜਾ ਵੱਡਾ ਹਿੱਸਾ, ਇਹ ਅਰਬਨ ਸੈਂਟਰਿਕ ਹੈ ਜੀ। ਇਹ ਸ਼ਹਿਰ ਕੇਂਦਰਿਤ ਹੈ, ਔਰ ਸ਼ਹਿਰਾਂ 'ਚੋਂ ਵੀ ਮੈਟਰੋ ਸ਼ਹਿਰ ਕੇਂਦਰਿਤ ਹੈ। ਇਹ ਪੇਂਡੂ ਖੇਤਰ ਦੇ ਜਿਹਨ ਦਾ ਹਿੱਸਾ ਨਹੀਂ ਹੈ। ਜਿਹੜੀ ਨਿਊਜ਼ ਗੈਦਰਿੰਗ ਦਾ ਸਵਾਲ ਹੁੰਦਾ, ਇਸ ਕਰਕੇ ਪਿੰਡਾਂ ਨਾਲ ਜੁੜੀ ਹੋਈ ਪਾਲਿਸੀ ਤੁਸੀਂ ਦੇਖ ਲਓ ਕਿ ਮਨਰੇਗਾ ਬਾਰੇ ਕਿੰਨੀਆਂ ਕੁ ਸਟੋਰੀਆਂ ਹੋ ਰਹੀਆਂ ਨੇ, ਤੁਸੀਂ ਦੇਖ ਲਓ ਕਿ ਪੰਚਾਇਤੀ ਰਾਜ ਸੈਟਅਪ ਬਾਰੇ ਕਿੰਨੀਆਂ ਕੁ ਸਟੋਰੀਆਂ ਹੋ ਰਹੀਆਂ ਨੇ, ਤੁਸੀਂ ਦੇਖ ਲਓ ਕਿ ਜਿਹੜਾ ਕਿਸਾਨੀ ਦੇ ਜਿਹੜੇ ਬਾਕੀ ਤੇ ਮਜ਼ਦੂਰਾਂ ਦੇ ਸਵਾਲ ਨੇ ਉਹਨਾਂ ਤੇ ਕਿੰਨੀਆਂ ਹੋਣਗੀਆਂ ਹੀ ਨਹੀਂ। ਮਤਲਬ ਇਹ ਵੈਸੇ ਹੀ ਨਜ਼ਰਅੰਦਾਜ਼ ਹੈ। ਮੀਡੀਆ ਇੱਕ ਬਹੁਤ ਛੋਟੇ ਲੈਵਲ 'ਤੇ ਹੁੰਦਾ। ਹੁਣ ਤਾਂ ਜਿੰਨਾ ਕੁ ਹੋ ਰਿਹਾ, ਕਿਉਂਕਿ ਕਿਸਾਨਾਂ ਦਾ ਅੰਦੋਲਨ ਦਾ ਸਾਈਜ਼ ਬੜਾ ਵੱਡਾ ਹੋ ਗਿਆ, ਉਹਦੇ ਕਰਕੇ ਇਹ ਕੁਛ ਨਾ ਕੁਛ ਚੀਜ਼ਾਂ ਆਉਣ ਲੱਗੀਆਂ ਨੇ ਸਾਹਮਣੇ ਉਸ ਪੱਧਰ ਦੇ ਉੱਤੇ। ਔਰ ਅਸੀਂ ਜਿਵੇਂ ਪੀ ਸਾਈਨਾਥ ਨੇ ਇੱਕ ਬੜੀ ਇੱਥੇ ਆਏ ਸੀ ਜਦੋਂ ਚੰਡੀਗੜ੍ਹ, ਬੜੀ ਗੱਲ ਕੀਤੀ ਕਿ ਸਾਡੇ ਖੇਤੀਬਾੜੀ ਕਵਰ ਕਰਨ ਦਾ ਮਤਲਬ ਹੋ ਜਾਂਦਾ ਹੈ ਕਿ ਮੈਂ ਖੇਤੀਬਾੜੀ ਮੰਤਰੀ ਦੀ ਬਾਈਟ ਲੈ ਕੇ ਆਉਣਾ, ਮੈਂ ਖੇਤੀਬਾੜੀ ਮੰਤਰੀ ਨੂੰ ਕਵਰ ਕਰਨਾ ਜੀ।
ਜਦ ਕਿ ਖੇਤੀ ਮੰਤਰੀ ਨਾਲ ਨਹੀਂ ਜੁੜੇ, ਖੇਤੀ ਤਾਂ ਬਹੁਤ ਵੱਡਾ ਵਿਸਾਲ ਹੋ ਰਿਹਾ। ਸਾਡੇ ਜਿਹੜਾ ਕ੍ਰਾਈਮ ਬੀਟ ਕਰਦਾ ਉਹ ਕਹਿੰਦਾ ਵੀ ਪੁਲਿਸ ਦੀ ਕਵਰੇਜ ਕਰਨੀ ਹੈ, ਜਦ ਕਿ ਕ੍ਰਾਈਮ ਤਾਂ ਜਿਹੜਾ ਹੋ ਰਿਹਾ ਫੀਲਡ 'ਚ ਲੋਕਾਂ ਦੀਆਂ ਤਕਲੀਫਾਂ ਕੀ ਨੇ ਉਹਦੇ ਨਾਲ ਜੁੜੀਆਂ ਚੀਜ਼ਾਂ ਹੁੰਦੀਆਂ ਨੇ। ਇੱਕ ਮਾਈਂਡ ਸੈੱਟ ਵੀ ਉਸ ਪੱਧਰ ਦਾ ਵੱਡੇ ਪੱਧਰ ਦੇ ਉੱਤੇ ਇੱਕ ਬਣਿਆ ਹੋਇਆ ਜਿਹੜੀਆਂ ਚੀਜ਼ਾਂ ਨੇ। ਹਾਂ, ਇਸੇ ਦੇ ਵਿੱਚ ਹੀ ਫਿਰ ਨੈਸ਼ਨਲ ਮੀਡੀਆ ਦਾ ਤਾਂ ਸਵਾਲ ਹੈਗਾ ਹੀ ਹੈ। ਜਿਹੜਾ ਮੈਟਰੋ 'ਚ ਰਹਿੰਦਾ ਮੀਡੀਆ, ਇੱਕ ਤਾਂ ਪਿੰਡ ਉਹਦੇ ਤੋਂ ਊਂ ਦੂਰ ਨੇ, ਪਿੰਡਾਂ ਦੀ ਉਹ ਗੱਲ ਵੈਸੇ ਘੱਟ ਕਰਦਾ। ਦੂਜਾ ਉਹ ਕਾਰਪੋਰੇਟ ਮਲਕੀਅਤ ਦਾ ਸਵਾਲ ਹੈ। ਹੁਣ ਜਦ ਉਹ ਕਹਿੰਦੇ ਨੇ ਵੀ ਦਿੱਲੀ ਦੇ ਦਿਲ 'ਤੇ ਹੀ ਜਾ ਕੇ ਬਹਿ ਗਏ, ਅੱਜ ਕਈ ਬੰਦਿਆਂ ਨੇ ਗੱਲ ਕੀਤੀ ਹੈ ਕਿ ਕਿਸਾਨ ਹੁਣ ਜੰਤਰ ਮੰਤਰ ਨਾ ਦਿੱਲੀ ਦਾ ਦਿਲ ਮੰਨਿਆ ਜਾਂਦਾ, ਕਿਉਂਕਿ ਉੱਥੇ ਪਾਰਲੀਮੈਂਟ ਵੀ ਆ, ਬਾਕੀ ਹੈ। ਜੇ ਤੁਹਾਡੇ ਦਿਲ 'ਤੇ ਹੀ ਆ ਕੇ ਬਹਿ ਗਏ, ਕੁਝ ਤਾਂ ਕਹਿਣਾ ਪਊਗਾ ਜੀ। ਤੁਸੀਂ ਗਲਤ ਕਰਦੇ ਹੋ, ਠੀਕ ਕਰਦੇ ਹੋ, ਕਿੰਨੀ ਕਵਰੇਜ ਕਰਦੇ ਹੋ, ਕੁਝ ਵਾਜਬ ਉਹਦੇ ਪੱਖ ਦੇ ਵਿੱਚ ਕਰਦੇ ਹੋ ਜਾਂ ਨਾ ਕਰਦੇ ਹੋ, ਬਿਲਕੁਲ ਤੁਸੀਂ ਅੱਖਾਂ ਨਹੀਂ ਮੀਟ ਸਕਦੇ। ਇਸ ਕਰਕੇ ਨੈਸ਼ਨਲ ਮੀਡੀਆ ਦੀ ਅੱਜ ਦੀ ਜਿਹੜੀ ਮਜਬੂਰੀ ਦਿਖਾਈ ਦਿੰਦੀ ਆ, ਔਰ ਇੱਕ ਮਜਬੂਰੀ 'ਚੋਂ ਵੀ ਕੋਈ ਕੰਮ ਕਰਦੇ। ਮੈਨੂੰ ਇਹ ਲੱਗਦਾ ਕਿ ਜਿਹੜੇ ਸੁਹਿਰਦ ਪੱਤਰਕਾਰ ਵੀ ਉਹਨਾਂ 'ਚ ਹੋਣਗੇ ਨੈਸ਼ਨਲ ਮੀਡੀਆ ਦੇ ਵਿੱਚ, ਉਹਨਾਂ ਨੂੰ ਸਗੋਂ ਮੌਕਾ ਲੱਗ ਗਿਆ ਆਪਣੀ ਗੱਲ ਕਹਿਣ ਦਾ ਅੱਜ। ਮਤਲਬ ਜਿਹੜੇ ਉਹ ਨਹੀਂ ਵੀ ਕਰਦੇ ਹੋਣਗੇ, ਉਹਨਾਂ 'ਚੋਂ ਕਈ ਬੰਦਿਆਂ ਦਾ ਦਿਲ ਖੁਸ਼ ਹੋਊਗਾ ਇਸ ਪੱਧਰ ਦੇ ਉੱਤੇ ਵੀ ਚਲੋ ਸਾਨੂੰ ਵੀ ਇਹ ਗੱਲ ਕਰਦੇ ਮੌਕਾ ਲੱਗ ਗਿਆ। ਔਰ ਇਹੋ ਜਿਹੀਆਂ ਮਜਬੂਰੀਆਂ ਬਾਰ-ਬਾਰ ਬਣਨੀਆਂ ਚਾਹੀਦੀਆਂ ਨੇ ਤਾਂ ਕਿ ਉਹ ਬੰਦੇ ਵੀ ਜਿਹੜੇ ਨੇ ਜਿਵੇਂ ਜਿਵੇਂ ਉਹਨਾਂ ਨੂੰ ਸਮਝ ਆਏਗੀ। ਅਗਲੀ ਗੱਲ ਇੱਕ ਹੋਰ ਵੀ ਹੈ ਕਿ ਖੇਤੀ ਖੇਤਰ ਦੀ ਜਾਂ ਕਾਨੂੰਨਾਂ ਦੀ ਜਾਂ ਬਾਕੀ ਦੀ ਸਾਡੀ ਸਮਝਦਾਰੀ ਕਿੰਨੀ ਕੁ ਹੈ। ਕਿੰਨੇ ਕੁ ਕੋਈ ਪੱਤਰਕਾਰ ਪੜ੍ਹਦੇ ਲਿਖਦੇ ਨੇ, ਉਹਨਾਂ ਦਾ ਸਮਾਜ 'ਤੇ ਇੰਪੈਕਟ ਕੀ ਹੈ ਕੀ ਨਹੀਂ ਹੈ, ਇਹ ਸਵਾਲ ਵੀ ਨੇ। ਅਤੇ ਜੇ ਉਹ ਘੱਟੋ ਘੱਟ ਉਹਨੂੰ ਸੀਰੀਅਸਲੀ ਕਿਸਾਨ ਸੰਸਦ ਨੂੰ ਦੇਖ ਲੈਣਗੇ ਜਾਂ ਸੁਣ ਲੈਣਗੇ, ਜਿਹੜੀਆਂ ਇਕੱਲਾ ਤਾਂ ਨਾਅਰੇਬਾਜ਼ੀ ਹੁੰਦੀ ਹੈ ਸਟੇਜਾਂ 'ਤੇ, ਕਈ ਵਾਰ ਹੋਰ ਚੀਜ਼ਾਂ ਹੁੰਦੀਆਂ ਨੇ। ਸੰਸਦ ਜਦੋਂ ਚੱਲਦੀ ਹੈ ਤਾਂ ਉਹਦੇ 'ਚ ਉਹ ਬੰਦੇ ਤੱਥਾਂ ਦੇ ਆਧਾਰ 'ਤੇ, ਦਲੀਲ ਦੇ ਆਧਾਰ 'ਤੇ ਕਿਸਾਨਾਂ ਦੇ ਆਗੂ ਆਪਣੀ ਗੱਲ ਕਹਿਣਗੇ। ਸ਼ਾਇਦ ਬਹੁਤ ਸਾਰੇ ਦਿੱਲੀ ਦੇ ਪੱਤਰਕਾਰਾਂ ਦੀ ਟ੍ਰੇਨਿੰਗ ਹੋ ਜਾਏਗੀ ਔਰ ਉਹਨਾਂ ਨੂੰ ਉਹ ਗੱਲਾਂ ਪਤਾ ਲੱਗ ਜਾਣਗੀਆਂ ਕਿ ਵਾਕਈ ਕਾਨੂੰਨ ਆ ਕਹਿੰਦਾ ਜਾਂ ਵਾਕਈ ਇਹ ਗੱਲਾਂ ਨੇ। ਇਹ ਇੱਕ ਇਸ ਪੱਖ ਤੋਂ ਵੀ ਫਾਇਦੇਮੰਦ ਚੀਜ਼ ਹੋਏਗੀ ਇਨਸਾਨੀਅਤ ਦੇ ਵੀ, ਸਮੁੱਚੇ ਦੇਸ਼ ਦੇ ਵੀ। ਜਿੰਨੀ ਸੋਝੀ ਕਿਸੇ ਨੂੰ ਆਉਂਦੀ ਜਾਂਦੀ ਹੋਊਗੀ ਔਰ ਉਹ ਚੰਗੀ ਲੱਗੂਗੀ ਔਰ ਵਾਜਬ ਗੱਲ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੋਏਗੀ, ਉਹ ਲੰਮੇ ਸਮੇਂ ਤੱਕ ਵੀ ਭਲਾ ਕਰਦੀ ਰਹਿੰਦੀ ਹੈ। ਕੋਈ ਜ਼ਰੂਰੀ ਨਹੀਂ ਕਿ ਇੱਕ ਸਮੇਂ ਤੱਕ ਭਲਾ ਕਰੇ। ਇਸ ਕਰਕੇ ਅੱਜ ਦੀ ਸੰਸਦ ਨੇ ਜੋ ਇਹ ਕੰਮ ਕੀਤਾ, ਕਿਸਾਨ ਸੰਸਦ ਨੇ ਵੀ, ਇਹ ਵੀ ਇੱਕ ਬੜਾ ਪੋਜ਼ਿਟਿਵ ਪੱਖ ਹੈ ਉਹਦਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਸੰਸਦ ਦੇ ਸਮਾਨਾਂਤਰ ਕਿਸਾਨਾਂ ਦੀ ਸੰਸਦ ਕੀ ਕੁਝ ਜਿਹੜਾ ਹੈਗਾ ਲੋਕਾਂ ਨੂੰ, ਸਮਾਜ ਨੂੰ ਜਾਂ ਸਾਡੇ ਪੱਤਰਕਾਰ ਭਰਾਵਾਂ ਨੂੰ ਕੀ ਕੁਝ ਨਵਾਂ ਸਿੱਖਣ ਨੂੰ ਦੇ ਸਕਦੀ ਹੈ। ਉਸ ਨੂੰ ਧਿਆਨ ਦੇਣ ਦੀ ਲੋੜ ਹੈ, ਉਸ 'ਤੇ ਗੌਰ ਕਰਨ ਦੀ ਲੋੜ ਹੈ ਤਾਂ ਜੋ ਉਹਨਾਂ ਨੂੰ ਨਵੀਆਂ ਗੱਲਾਂ, ਕਿਸਾਨੀ ਦੀ ਸਮੱਸਿਆਵਾਂ ਦਾ ਪਤਾ ਲੱਗ ਸਕੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।